फरार गैंगस्टर दीपक टीनू ਨੂੰ ਦਿੱਲੀ ਪੁਲਿਸ ਨੇ ਰਾਜਸਥਾਨ ਦੇ ਅਜਮੇਰ ਤੋਂ ਕੀਤਾ ਗ੍ਰਿਫਤਾਰ। 5 हैंड ग्रेनेड ਅਤੇ 2 ਆਟੋਮੈਟਿਕ ਪਿਸਟਲ ਹੋਏ ਬਰਾਮਦ। 2 ਅਕਤੂਬਰ ਨੂੰ ਮਾਨਸਾ ਪੁਲਿਸ ਦੀ ਕਸਟਡੀ ਦੇ ਵਿੱਚੋਂ ਹੋਇਆ ਸੀ ਫਰਾਰ। ਮੁੱਖ ਮੰਤਰੀ ਮਾਨ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਅਚਨਚੇਤ ਕੀਤੀ ਚੈਕਿੰਗ। ਸੀਐਮ ਬੋਲੇ, ਮੈਂ ਇੱਥੇ ਕਮੀਆਂ ਚੈੱਕ ਕਰਨ ਆਇਆ, ਜੋ ਵੀ ਕਮੀਆਂ ਹੋਣਗੀਆਂ ਉਹ ਦੂਰ ਕਰਾਂਗੇ। ਨਹੀਂ ਚਾਹੁੰਦੇ ਕਿ ਰਜਿੰਦਰਾ ਹਸਪਤਾਲ ਸਿਰਫ ਰੈਫਰ ਸੈਂਟਰ ਬਣੇ। विजिलेंस चीफ वरिंदर कुमार ते आईजी मनमोहन कुमार ने सीएम भगवंत मान दे नाल कीती मुलाकात। सीएम ने अफसरां दी कीती हौसला अफजाई। करप्शन के खिलाफ विजिलेंस नूं पूरी फ्रीडम देण दा भी दावा। लुधियाना च सीएम मान दे वल्लों वेरका दे अपग्रेड प्लांट का उद्घाटन। मुख्यमंत्री बोले, दिल्ली दे विच खोलांगे वेरका दा वड्डा प्लांट। कैथल दे विच नजायज कब्जे ढाउण गए प्रशासनिक अमले का जोरदार विरोध। लोगों ने किया पथराव, पुलिस ने लाठी चार्ज कर खदेड़िया। अमृतसर दे विच एएसआई की लापरवाही, नौजवान ते पई भारी। दुकान दे विच काम करने वाला शख्स गोली का होया शिकार। सीसीटीवी विच कैद हुई पूरी घटना। मल्लिकार्जुन खड़गे बने कांग्रेस के नवे प्रधान। करीब 8000 वोटां मिलियां। शशि थरूर ने हार तो बाद दित्ती खड़गे नूं बधाई। सत श्री अकाल, स्वागत है। गौरव शुक्ला मैं हाँ तुहाडे नाल हाज़र हाँ। फर्क तां पैंदा है लैके वो खबरां जो सरकार दे कन्नां तक पहुंचणियां जरूरी ने, वो खबरां जो तुहाडे नाल जुड़ियां होईयां ने। शुरुआत अज करन जा रहे हैं। सब तो पहला गल मुख्यमंत्री भगवंत मान दी। सीएम ने पटियाला दे रजिंदरा हस्पताल दे विच अचनचेत दौरा करके मरीजां दा हाल चाल जाणिया। ਹਸਪਤਾਲ ਪਹੁੰਚਦੇ ਹੀ ਮੁੱਖ ਮੰਤਰੀ ਸਭ ਤੋਂ ਪਹਿਲਾਂ ਸਿੱਧਾ ਐਮਰਜੈਂਸੀ ਦੇ ਵਿੱਚ ਗਏ ਅਤੇ ਉੱਥੇ ਭਰਤੀ ਮਰੀਜ਼ਾਂ ਦੇ ਨਾਲ ਉਹਨਾਂ ਦੀ ਪਰੇਸ਼ਾਨੀ ਦੇ ਬਾਰੇ ਵਿੱਚ ਪੁੱਛਿਆ। ਇਸ ਤੋਂ ਬਾਅਦ ਸੀਐਮ ਹਸਪਤਾਲ ਦੇ ਹੋਰ ਵਾਰਡਸ ਦੇ ਵਿੱਚ ਜਾ ਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲੱਗੇ। ਹਸਪਤਾਲ ਦੇ ਵਿੱਚ ਭਰਤੀ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਗੱਲ ਕਰਕੇ ਉਹਨਾਂ ਦੀ ਪਰੇਸ਼ਾਨੀ ਬਾਰੇ ਪੁੱਛਿਆ। ਨਾਲ ਹੀ ਹਸਪਤਾਲ ਪ੍ਰਸ਼ਾਸਨ ਨੂੰ ਮਰੀਜ਼ਾਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਦੇ ਹੁਕਮ ਵੀ ਜਾਰੀ ਕੀਤੇ। ਸਾਰੀ ਗੱਲ ਹੋ ਗਈ ਤੁਹਾਨੂੰ, ਸਾਰੇ ਡਾਕਟਰਾਂ ਨਾਲ ਵੀ ਗੱਲ ਹੋ ਗਈ। ਤੁਸੀਂ ਜਾਂ ਤੇ ਕਰੋ ਆਰਾਮ ਹੌਸਲਾ ਜਿਹੜਾ ਦਵਾਈ ਤੋਂ ਜ਼ਿਆਦਾ ਕੰਮ ਉਧਰ ਮੁੱਖ ਮੰਤਰੀ ਦੇ ਅਚਾਨਕ ਪਹੁੰਚਣ ਦੇ ਨਾਲ ਹਸਪਤਾਲ ਦੇ ਵਿੱਚ ਵੀ ਹੜਕੰਪ ਮਚ ਗਿਆ। ਰਜਿੰਦਰਾ ਹਸਪਤਾਲ ਪਟਿਆਲਾ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ ਅਤੇ ਇਸ ਨੂੰ ਪੰਜਾਬ ਦੇ ਵੱਡੇ ਹਸਪਤਾਲਾਂ ਦੇ ਵਿੱਚ ਗਿਣਿਆ ਜਾਂਦਾ ਹੈ। खैर जो मुख्यमंत्री खुद किसी हस्पताल दे विच पहुंच जाण दौरा करन दे लई ते इस विचाले मरीजां दे नाल गलबात करन ते हस्पताल दे विच जो कमियां ने उन्हां दा भी नोटिस लैण, फिर फर्क तां पैंदा है। उधर मुख्यमंत्री दे दौरे तो बाद न्यूज़ 18 दी टीम ने भी मरीजां ते उन्हां दे नाल उत्थे मौजूद उन्हां दे परिवारक मैंबरां दे नाल गलबात कीती अते जानण दी कोशिश कीती कि आखिर हस्पताल दा हाल है की। ਦਵਾਈਆਂ और ਟੈਸਟਾਂ ਨੂੰ ਲੈ ਕੇ ਦਿੱਕਤ ਹੈ ਔਰ ਇਸ ਵੇਲੇ ਅਸੀਂ ਉਸ ਐਮਰਜੈਂਸੀ ਬੋਰਡ ਦੇ ਵਿੱਚ ਜਿੱਥੇ ਮੁੱਖ ਮੰਤਰੀ ਥੋੜੀ ਦੇਰ ਪਹਿਲਾਂ ਮਰੀਜ਼ਾਂ ਨੂੰ ਮਿਲੇ ਸੀ, ਇਹਨਾਂ ਦੇ ਨਾਲ ਗੱਲਬਾਤ ਹੋਈ ਸੀ। ਕੀ ਕੁਝ ਗੱਲਬਾਤ ਮੁੱਖ ਮੰਤਰੀ ਦੇ ਨਾਲ ਹੋਈ ਔਰ ਕਿਵੇਂ ਇਲਾਜ ਚੱਲ ਰਿਹਾ ਸੀ? ਇਲਾਜ ਬਹੁਤ ਵਧੀਆ ਚੱਲ ਰਹੀ ਸਾਡੀ। ਉਹਨਾਂ ਨਾਲ ਆਉਣ ਸਾਰ ਤਕਰੀਬਨ ਸਾਡੇ ਕੋਲ ਹੀ ਆਏ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਪੁੱਛਿਆ ਵੀ ਕੋਈ ਤਕਰੀਬਨ ਇੱਥੋਂ ਸਾਨੂੰ ਇਹ ਤਾਂ ਨਹੀਂ ਕਿਹਾ ਹੈਗਾ ਵੀ ਕੋਈ ਪ੍ਰਾਈਵੇਟ 'ਚ ਚਲੇ ਜਾਓ। ਮੈਂ ਕਿਹਾ ਨਹੀਂ ਸਰ। ਕੋਈ ਕਹਿੰਦਾ ਦਵਾਈਆਂ 'ਚ ਦਿੱਕਤ, ਮੈਂ ਕਿਹਾ ਕੋਈ ਦਿੱਕਤ ਨਹੀਂ ਸਰ। ਬਾਹਰ ਕੁਝ ਲੋਕ ਮਿਲੇ ਕਹਿ ਰਹੇ ਸੀ ਦਵਾਈਆਂ ਦੀ ਦਿੱਕਤ ਆਉਂਦੀ, ਦਵਾਈਆਂ ਦਿੱਕਤ ਹੈ ਜਾਂ ਕਿਵੇਂ? ਨਹੀਂ ਕੋਈ ਦਿੱਕਤ ਨਹੀਂ, ਦਵਾਈਆਂ ਦੀ ਕੋਈ ਦਿੱਕਤ ਨਹੀਂ ਸਰ। ਹੁਣ ਜਿਵੇਂ ਜਿਹੜਾ ਮਰੀਜ਼ ਆ ਜਿਹਨੂੰ ਕੋਈ ਤਕਲੀਫ ਆ ਉਹ ਦਵਾਈ ਤਾਂ ਹੀ ਮੰਗਾਉਣਗੇ ਜੀ ਸਰ। ਤੁਹਾਨੂੰ ਮਿਲੇ ਮੁੱਖ ਮੰਤਰੀ, ਤੁਹਾਡੇ ਨਾਲ ਕੋਈ ਗੱਲਬਾਤ? ਹੋਰ ਇੱਥੇ ਇਸ ਪੂਰੇ ਵਾਰਡ 'ਚ ਹੋ ਕੇ ਗਏ? ਪੂਰੇ ਵਾਰਡ 'ਚ ਹੋ ਕੇ ਗਏ ਸਰ। ਪੂਰੇ ਵਾਰਡ 'ਚ ਕੋਈ ਮੇਰੇ ਹਿਸਾਬ ਨਾਲ ਤਾਂ ਪੂਰੀ ਦੇਖ ਰੇਖ ਕਰ ਰਹੇ। ਕੀ ਲੱਗ ਰਿਹਾ ਇੱਥੇ ਸਾਰੇ ਜਿਹੜੇ ਮਰੀਜ਼ ਨੇ ਪ੍ਰੋਪਰ ਇਲਾਜ ਹੋ ਪਾ ਰਹੇ? ਸਾਰਿਆਂ ਦਾ ਪ੍ਰੋਪਰ ਹੋ ਰਿਹਾ। ਸਾਨੂੰ ਪਤਾ ਵੀ ਸਾਡਾ ਪ੍ਰੋਪਰ ਹੋਇਆ, ਸਾਨੂੰ ਆਉਣ ਸਾਰ ਇਹਨਾਂ ਨੇ ਸਾਂਭਿਆ ਤੇ ਪ੍ਰੋਪਰ ਇਲਾਜ। ਠੀਕ ਹੈ, ਕੁਝ ਹੋਰ ਮਰੀਜ਼ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ। ਮੁੱਖ ਮੰਤਰੀ ਮਿਲੇ ਸੀਗੇ, ਕਿਸ ਤਰੀਕੇ ਨਾਲ ਇਲਾਜ ਕਿਵੇਂ ਹੋ ਰਿਹਾ? ਕੋਈ ਦਿੱਕਤ ਆ ਰਹੀ, ਕੋਈ ਪਰੇਸ਼ਾਨੀ ਆ ਰਹੀ? ਇਲਾਜ ਠੀਕ ਹੋ ਰਿਹਾ ਜੀ। ਆਪਣੇ ਰਿਲੇਟਿਵ ਨੇ ਇਹਨਾਂ ਦੇ ਸੈੱਲ ਘਟ ਗਏ ਤੇ ਫਿਰ ਇਹਨਾਂ ਨੂੰ ਇੱਥੇ ਲਿਆ ਕੇ ਐਡਮਿਟ ਕਰਾਇਆ ਅੱਜ ਹੀ ਤੇ ਦੇਖ ਰੇਖ ਹੋ ਰਹੀ ਹੈ। ਡਾਕਟਰ ਰਾਉਂਡ ਲਾ ਮੁੱਖ ਮੰਤਰੀ ਥੋੜੀ ਦੇਰ ਪਹਿਲਾਂ ਹੋ ਕੇ ਗਏ ਸੀਗੇ। ਮੁੱਖ ਮੰਤਰੀ ਸਾਹਿਬ ਪਹਿਲਾਂ ਆਏ ਇੱਥੇ ਰਾਉਂਡ ਲਾ ਕੇ ਚਲੇ ਗਏ। ਮਰੀਜ਼ਾਂ ਨਾਲ ਵੀ ਗੱਲ ਕੀਤੀ ਹੈ ਬਹੁਤ ਸਾਰੇ, ਕਿਉਂਕਿ ਹਸਪੀਟਲ ਹੈ ਇੱਥੇ ਤਾਂ ਸਾਰੇ ਦੁਖੀ ਆਉਂਦੇ ਨੇ। ਉਹਨਾਂ ਨੇ
ਇਮੋਸ਼ਨਲ ਹੋ ਕੇ ਵੀ ਮੈਨੂੰ ਕੁਝ ਗੱਲਾਂ ਕਹੀਆਂ ਤੇ ਮੈਂ ਉਹਨਾਂ ਨੂੰ ਪੁੱਛਿਆ ਕੋਈ ਦਵਾਈ ਬਾਹਰੋਂ ਤਾਂ ਨਹੀਂ ਲਿਖਦੇ, ਕੋਈ ਟੈਸਟ ਬਾਹਰੋਂ ਤਾਂ ਨਹੀਂ ਲਿਖਦੇ, ਜਾਂ ਕੋਈ ਡਾਕਟਰ ਇਸ ਤਰ੍ਹਾਂ ਤਾਂ ਨਹੀਂ ਕਰ ਰਿਹਾ ਕਿ ਫਲਾਣੇ ਹਸਪਤਾਲ 'ਚ ਆਪਰੇਸ਼ਨ ਕਰਾਓ ਜਾਂ ਕੋਈ ਪ੍ਰਾਈਵੇਟ ਬਾਹਰੋਂ ਲਿਖੇ ਹੋਣ। ਤਾਂ ਇਸ ਤਰ੍ਹਾਂ ਦੀ ਕੋਈ ਮੈਨੂੰ ਦਿੱਕਤ ਨਹੀਂ ਮਿਲੀ। ਕੁਝ ਹਾਂ ਉਹ ਇਸ ਤਰ੍ਹਾਂ ਦੀਆਂ ਹੈਗੀਆਂ ਕਿ ਬੈੱਡ ਲੇਟ ਮਿਲਿਆ ਜੀ, ਹੈ ਨਾ, ਤੇ ਸਾਨੂੰ 4 ਘੰਟੇ ਹੋ ਗਏ ਜੀ ਆਇਆਂ ਨੂੰ, ਸਿਰਫ ਜਿਹੜੀ ਹੈ ਆਕਸੀਜਨ ਲੱਗੀ ਹੋਈ ਹੈ। ਉਹ ਤਾਂ ਖੈਰ ਡਾਕਟਰਾਂ ਦਾ ਜਿਹੜਾ ਮਾਮਲਾ ਹੈ ਉਹਦੇ 'ਚ। ਖੈਰ ਰਜਿੰਦਰਾ ਹਸਪਤਾਲ ਆਪਣੀ ਦਿੱਕਤਾਂ ਦੀ ਭਰਮਾਰ ਦੀ ਵਜ੍ਹਾ ਦੇ ਨਾਲ ਖੂਬ ਸੁਰਖੀਆਂ ਦੇ ਵਿੱਚ ਰਹਿੰਦਾ ਹੈ, ਖਾਸ ਤੌਰ ਤੇ ਕੋਵਿਡ ਦੇ ਦੌਰਾਨ ਵੀ ਰਿਹਾ ਸੀ। ਪਰ ਸੀਐਮ ਉੱਥੇ ਪਹੁੰਚੇ ਨੇ, ਉਮੀਦ ਕਰਦੇ ਹਾਂ ਕਿ ਉਹਨਾਂ ਦੀ ਪੂਰੀ ਟੀਮ ਨੇ ਇੱਕ ਕਮੀ ਜਾਂ ਫਿਰ ਉੱਥੇ ਜਿਹੜੀ ਦਿੱਕਤ ਹੈ ਉਹ ਜ਼ਰੂਰ ਨੋਟ ਕਰ ਲਈ ਹੋਏਗੀ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਭ ਕੁਝ ਰਜਿੰਦਰਾ ਹਸਪਤਾਲ 'ਚ ਆਲ ਇਜ਼ ਵੈਲ ਜ਼ਰੂਰ ਹੋ ਜਾਏਗਾ। ਹੁਣ ਅੱਗੇ ਵਧਦੇ ਤੇ ਗੱਲ ਸਾਬਕਾ ਮੰਤਰੀ ਦੀ। ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਮੁਹਾਲੀ ਦੀ ਅਦਾਲਤ ਨੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਪੰਜਾਬ ਪੁਲਿਸ ਦੇ AIG ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਆਫਰ ਕਰਨ ਦੇ ਮਾਮਲੇ 'ਚ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੇਰੇ ਤੇ ਇੰਨੇ ਐਲੀਗੇਸ਼ਨ ਜਿਹੜੇ ਮੈਨੂੰ ਜੁਡੀਸ਼ਰੀ ਤੇ ਵਿਸ਼ਵਾਸ ਹੈ, ਨੋ ਕਮੈਂਟ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਅਰੋੜਾ ਤੋਂ ਪੁੱਛਗਿੱਛ ਦੇ ਲਈ ਕੋਰਟ ਦੇ ਵਿੱਚ ਉਹਨਾਂ ਦਾ 3 ਦਿਨ ਦਾ ਰਿਮਾਂਡ ਲਿਆ ਸੀ, ਜਿਸ ਤੋਂ ਬਾਅਦ ਵਿਜੀਲੈਂਸ ਨੇ ਅਰੋੜਾ ਤੋਂ ਕਬਜ਼ੇ ਦੇ ਵਿੱਚ ਲਏ ਗਏ 50 ਲੱਖ ਰੁਪਏ ਤੇ ਹੋਰ ਸਵਾਲਾਂ ਦੇ ਸਬੰਧ ਦੇ ਵਿੱਚ ਪੁੱਛਗਿੱਛ ਕੀਤੀ ਤਾਂ ਇੱਕ ਬਿਲਡਰ ਦਾ ਨਾਮ ਵੀ ਸਾਹਮਣੇ ਆਇਆ। ਤੇ ਅੱਜ ਸੇਮ ਗਰਾਊਂਡਸ ਤੇ ਰਿਕੁਐਸਟ ਸੀ ਕਿ 50 ਲੱਖ ਦਾ ਸੋਰਸ ਕਰਨਾ ਹੈ। ਦੈਨ ਵੀ ਅਪੋਜ਼ ਦੀ ਰਿਮਾਂਡ ਕਿ ਸਿਮਿਲਰ ਗਰਾਊਂਡਸ ਤੇ ਜਦੋਂ ਫਸਟ ਰਿਮਾਂਡ ਦੀ ਕੋਈ ਇਫੈਕਟਿਵ ਆਊਟਪੁੱਟ ਨਹੀਂ ਹੈ ਤਾਂ ਰਿਮਾਂਡ ਜਿਹੜਾ ਹੈ ਉਹ ਡਿਕਲਾਈਨ ਕੀਤਾ ਜਾਵੇ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਸਨਅਤ ਮੰਤਰੀ ਰਹਿੰਦੇ ਮੁਹਾਲੀ ਦੇ ਵਿੱਚ ਨਿੱਜੀ ਕੰਪਨੀਆਂ ਦੇ ਪਲਾਂਟਸ ਦੇ ਵੰਡ ਦੇ ਵਿੱਚ ਨਿਯਮਾਂ ਨੂੰ ਦਰਕਿਨਾਰ ਕਰਕੇ ਸਭ ਤੋਂ ਜ਼ਿਆਦਾ ਫਾਇਦਾ ਟਰਾਈ ਸਿਟੀ ਦੇ ਬਿਲਡਰਾਂ ਨੂੰ ਪਹੁੰਚਾਇਆ ਸੀ। ਵਿਜੀਲੈਂਸ ਨੇ ਅਰੋੜਾ ਤੋਂ ਪਲਾਟ ਵੰਡ ਨੂੰ ਲੈ ਕੇ ਕੁਝ ਸਵਾਲ ਕੀਤੇ ਸਨ, ਜਿਨ੍ਹਾਂ ਦਾ ਉਹ ਜਵਾਬ ਨਹੀਂ ਦੇ ਸਕੇ ਸੀ। ਇਸੇ ਕਾਰਨ 3 ਦਿਨ ਪਹਿਲਾਂ ਅਰੋੜਾ ਨੇ AIG ਮਨਮੋਹਨ ਕੁਮਾਰ ਨੂੰ ਰਿਸ਼ਵਤ ਦੇਣ ਦੀ ਆਫਰ ਕੀਤੀ ਸੀ, ਜੋ ਉਹਨਾਂ ਤੇ ਇਲਜ਼ਾਮ ਨੇ। ਉਧਰ ਕਥਿਤ ਆਡੀਓ ਵਾਇਰਲ ਮਾਮਲੇ ਦੇ ਵਿੱਚ ਘਿਰੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਵਿਰੋਧੀਆਂ ਦੇ ਉੱਤੇ ਹੁਣ ਪਲਟਵਾਰ ਕੀਤਾ ਤੇ ਵਾਇਰਲ ਆਡੀਓ ਤੋਂ ਬਾਅਦ ਕਾਂਗਰਸ ਸਣੇ ਵਿਰੋਧੀ ਧਿਰਾਂ ਫੌਜਾ ਸਿੰਘ ਸਰਾਰੀ ਦੀ ਬਰਖਾਸਤਗੀ ਦੀ ਮੰਗ ਕਰ ਰਹੀਆਂ ਨੇ। ਸਰਾਰੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਸਰਕਾਰ ਉੱਤੇ ਸਰਾਰੀ ਦਾ ਅਹੁਦਾ ਵਾਪਸ ਲੈਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ, ਜਿਸ ਦੇ ਜਵਾਬ ਦੇ ਵਿੱਚ ਸਰਾਰੀ ਨੇ ਵਿਰੋਧੀਆਂ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਆਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਗਾਏ। ਕੋਈ ਸਹੀ ਨਹੀਂ ਤੇ ਆ ਆਡੀਓ ਦੀ ਕੀ ਸੱਚਾਈ? ਸਭ ਝੂਠ ਹੈ। ਕੁਝ ਵੀ ਆਪਣੀ ਗੱਲਬਾਤ ਹੁੰਦੀ ਹੈ ਇਹਨੂੰ ਤੋੜ ਮੋੜ ਕੇ ਜੋ ਮਰਜ਼ੀ ਕਰ ਲਓ। ਦਰਅਸਲ ਸਤੰਬਰ ਮਹੀਨੇ 'ਚ ਫੌਜਾ ਸਿੰਘ ਸਰਾਰੀ ਦੀ ਆਵਾਜ਼ ਵਾਲੀ ਇੱਕ ਆਡੀਓ ਵਾਇਰਲ ਹੋਈ ਸੀ, ਜਿਸ ਦੇ ਵਿੱਚ ਮੰਤਰੀ ਆਪਣੀ OSD ਨਾਲ ਕਿਸੇ ਮਸਲੇ ਨੂੰ ਲੈ ਕੇ ਸੌਦੇਬਾਜ਼ੀ ਕਰਨ ਦੀ ਗੱਲ ਕਰ ਰਹੇ ਸਨ, ਜਿਸ ਤੋਂ ਬਾਅਦ ਕਾਂਗਰਸ ਨੇ ਵਿਧਾਨ ਸਭਾ ਇਜਲਾਸ ਦੇ ਵਿੱਚ ਵੀ ਸਰਾਰੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਸੀ। ਅੱਗੇ ਵਧਦੇ ਤੇ ਗੱਲ ਕਾਂਗਰਸ ਦੀ ਹੋਏਗੀ। ਕਾਂਗਰਸ ਪਾਰਟੀ ਨੂੰ 24 ਸਾਲ ਬਾਅਦ ਪਹਿਲਾ ਗੈਰ ਗਾਂਧੀ ਪ੍ਰਧਾਨ ਮਿਲ ਚੁੱਕਾ ਹੈ, ਮਲਿਕਾ ਅਰਜੁਨ ਖੜਗੇ। ਮਲਿਕਾ ਅਰਜੁਨ ਖੜਗੇ ਨੇ ਸ਼ਸ਼ੀ ਥਰੂਰ ਨੂੰ 6825 ਵੋਟਾਂ ਦੇ ਨਾਲ ਹਰਾ ਦਿੱਤਾ। ਖੜਗੇ ਨੂੰ 7897 ਵੋਟਾਂ ਮਿਲੀਆਂ। ਉੱਥੇ ਥਰੂਰ ਨੂੰ 1072 ਵੋਟ ਹੀ ਮਿਲ ਸਕੇ। 416 ਵੋਟਾਂ ਰਿਜੈਕਟ ਕਰ ਦਿੱਤੀਆਂ ਗਈਆਂ। ਨਤੀਜਿਆਂ ਦੇ ਫੌਰਨ ਬਾਅਦ ਸ਼ਸ਼ੀ ਥਰੂਰ ਨੇ ਖੜਗੇ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਸਾਥ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਉਹ ਖੜਗੇ ਦੇ ਨਾਲ ਮਿਲਣ ਦੇ ਲਈ ਉਹਨਾਂ ਦੀ ਦਿੱਲੀ ਰਿਹਾਇਸ਼ ਪਹੁੰਚੇ। ਉਧਰ ਖੜਗੇ ਦੀ ਜਿੱਤ ਤੋਂ ਬਾਅਦ ਕਾਂਗਰਸ ਹੈੱਡਕੁਆਰਟਰ ਦੇ ਉੱਤੇ ਜਸ਼ਨ ਦਾ ਮਾਹੌਲ ਨਜ਼ਰ ਆਇਆ। एक बड़े मैंडेट के साथ मल्लिकार्जुन खड़गे ने ये चुनाव जीता है, जिससे कि अब तय हो गया है कि मल्लिकार्जुन खड़गे के हाथ में कांग्रेस की अब कमान होने वाली है, कांग्रेस की बागडोर अपने संभालेंगे। ਇਸ ਚੋਣ ਦੇ ਵਿੱਚ ਜਿੱਤ ਦੇ ਨਾਲ ਹੀ ਖੜਗੇ ਕਾਂਗਰਸ ਪ੍ਰਧਾਨ ਬਣਨ ਵਾਲੇ 65ਵੇਂ ਆਗੂ ਬਣ ਚੁੱਕੇ ਨੇ। ਮਲਿਕਾ ਅਰਜੁਨ ਖੜਗੇ ਕਾਂਗਰਸ ਪ੍ਰਧਾਨ ਬਣਨ ਵਾਲੇ ਦੂਜੇ ਦਲਿਤ ਆਗੂ ਨੇ। ਆਜ਼ਾਦੀ ਤੋਂ ਬਾਅਦ 75 ਸਾਲ ਦੇ ਵਿੱਚ 42 ਸਾਲ ਤੱਕ ਪਾਰਟੀ ਦੀ ਕਮਾਨ ਗਾਂਧੀ ਪਰਿਵਾਰ ਦੇ ਕੋਲ ਰਹੀ ਹੈ। ਉੱਥੇ 33 ਸਾਲ ਪਾਰਟੀ ਪ੍ਰਧਾਨ ਦੀ ਕਮਾਨ ਗਾਂਧੀ ਪਰਿਵਾਰ ਤੋਂ ਵੱਖ ਆਗੂਆਂ ਦੇ ਕੋਲ ਰਹੀ। ਕਾਂਗਰਸ ਦੇ ਵਿੱਚ ਪ੍ਰਧਾਨਗੀ ਦੇ ਅਹੁਦੇ ਦੇ ਲਈ ਆਖਰੀ ਵਾਰ ਸਾਲ 1998 ਦੇ ਵਿੱਚ VOTING ਹੋਈ ਸੀ। ਉਸ ਵੇਲੇ ਸੋਨੀਆ ਗਾਂਧੀ ਦੇ ਸਾਹਮਣੇ ਜਤਿੰਦਰ ਪ੍ਰਸਾਦ ਸੀ। ਸੋਨੀਆ ਗਾਂਧੀ ਨੂੰ ਤਕਰੀਬਨ 7448 ਵੋਟਾਂ ਮਿਲੀਆਂ, ਜਦੋਂ ਕਿ ਜਤਿੰਦਰ ਪ੍ਰਸਾਦ ਨੂੰ ਉਸ ਸਮੇਂ ਸਿਰਫ 94 ਵੋਟ ਮਿਲੇ ਸੀ। ਤਾਂ ਮਲਿਕਾ ਅਰਜੁਨ ਖੜਗੇ ਪ੍ਰਧਾਨ ਬਣ ਚੁੱਕੇ ਨੇ ਔਰ ਕਾਂਗਰਸ ਨੂੰ ਗੈਰ ਗਾਂਧੀ ਪ੍ਰਧਾਨ ਇੱਕ ਲੰਬੇ ਵੇਲੇ ਤੋਂ 2 ਦਹਾਕੇ ਤੋਂ ਜ਼ਿਆਦਾ ਸਮੇਂ ਬਾਅਦ ਗੈਰ ਗਾਂਧੀ ਪਰਿਵਾਰ ਤੋਂ ਮਿਲ ਚੁੱਕਿਆ ਹੈ ਪ੍ਰਧਾਨ।
ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਕਾਂਗਰਸ ਦੇ ਨਾਲ ਹੀ ਜੁੜਿਆ ਹੋਇਆ ਹੈ। ਕਾਂਗਰਸ ਨੂੰ ਮਲਿਕਾਰਜੁਨ ਖੜਗੇ ਦੇ ਰੂਪ ਦੇ ਵਿੱਚ ਪ੍ਰਧਾਨ ਮਿਲਿਆ ਹੈ। ਤਾਂ ਅੱਜ ਦਾ ਸਵਾਲ ਹੈ ਕਿ ਕਾਂਗਰਸ ਦਾ ਪਹਿਲਾ ਪ੍ਰਧਾਨ ਕੌਣ ਸੀ? 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। A ਵੋਮੇਸ਼ ਚੰਦਰ ਬੈਨਰਜੀ, ਆਪਸ਼ਨ B ਦਾਦਾ ਭਾਈ ਨੌਰਜੀ, ਆਪਸ਼ਨ C ਰਮੇਸ਼ ਚੰਦਰ ਦੱਤ ਜਾਂ D ਜਾਰਜ ਯੂਲੇ। ਤਾਂ 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। A ਵੋਮੇਸ਼ ਚੰਦਰ ਬੈਨਰਜੀ, B ਦਾਦਾ ਭਾਈ ਨਾਰੋਜੀ ਤੇ ਆਪਸ਼ਨ C ਰਮੇਸ਼ ਚੰਦਰ ਦੱਤ ਤੇ D ਜਾਰਜ ਯੂਲੇ। ਸਹੀ ਆਪਸ਼ਨ ਕੀ ਹੈ? ਕਿਹੜਾ ਉਹ ਨਾਮ ਹੈ ਜੋ ਪਹਿਲੇ ਪ੍ਰਧਾਨ ਸੀ ਕਾਂਗਰਸ ਦੇ? ਹੋ ਸਕਦਾ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਨੂੰ ਪਤਾ ਹੋਵੇ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੋਏਗਾ, ਪਰ ਅਸੀਂ ਪੂਰੀ ਜਾਣਕਾਰੀ ਦੇ ਨਾਲ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਇਸ ਸਵਾਲ ਦਾ ਜਵਾਬ ਤੁਹਾਡੇ ਤੱਕ ਪਹੁੰਚਾਵਾਂਗੇ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਹੈ ਬਠਿੰਡਾ ਤੋਂ। ਬਠਿੰਡਾ ਦੇ ਵਿੱਚ ਕੰਧਾਂ ਦੇ ਉੱਤੇ ਮੁੜ ਤੋਂ ਖਾਲਿਸਤਾਨੀ ਪੱਖੀ ਨਾਰੇ ਲਿਖੇ ਗਏ। ਤੇ ਹੁਣ ਬਠਿੰਡਾ ਥਰਮਲ ਪਲਾਂਟ ਦੀ ਬਿਲਡਿੰਗ ਤੇ ਨਾਰੇ ਲਿਖੇ ਗਏ, ਜਿਨ੍ਹਾਂ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਨਾਰਿਆਂ ਨੂੰ ਕਾਲੀ ਸਿਆਹੀ ਦੇ ਨਾਲ ਮਿਟਾ ਦਿੱਤਾ ਗਿਆ। ਕੰਧ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਤੋਂ ਇਲਾਵਾ ਪਾਕਿਸਤਾਨ ਜ਼ਿੰਦਾਬਾਦ ਵੀ ਲਿਖਿਆ ਗਿਆ ਸੀ ਤੇ ਇੱਕ ਫੋਨ ਨੰਬਰ ਵੀ ਲਿਖਿਆ ਨਜ਼ਰ ਆਇਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵਰਡਸ ਲਿਖੇ ਗਏ ਆ ਕੰਧ ਤੇ, ਇਹਦੀ ਤਫਤੀਸ਼ ਕਰ ਰਹੇ ਹਾਂ ਅਸੀਂ ਅੱਗੇ। ਕੀ ਲਿਖਿਆ ਕੀ ਹੈ ਵੈਸੇ? ਇਹ ਨਾਰੇ ਲਿਖੇ ਗਏ ਹੈਗੇ ਖਾਲਿਸਤਾਨ ਦੇ। ਹਾਂਜੀ ਹਾਂ। ਸਰ ਲੱਗਦਾ ਨਹੀਂ ਪੁਲਿਸ ਸੁਸਤ ਕਿਉਂ ਹੈ? ਦੂਜੀ ਵਾਰ ਲਿਖੇ ਗਏ ਬੰਦਾ ਨੇ ਟ੍ਰੇਸ ਹੋਇਆ ਕੀ ਹੈ? ਇਹ ਤਫਤੀਸ਼ ਪਹਿਲੇ ਵਾਲੇ ਵੀ ਕੇਸ 'ਚ ਚੱਲ ਰਹੀ ਹੈ। ਇਹ ਪਹਿਲੀ ਵਾਰ ਨਹੀਂ, ਇਸ ਤੋਂ ਕਰੀਬ 15 ਦਿਨ ਪਹਿਲਾਂ ਵੀ ਬਠਿੰਡਾ ਦੇ ਡਿਵੀਜ਼ਨਲ ਫੋਰੈਸਟ ਦਫ਼ਤਰ ਦੀ ਕੰਧ ਦੇ ਉੱਤੇ ਖਾਲਿਸਤਾਨੀ ਪੱਖੀ ਨਾਰੇ ਲਿਖੇ ਗਏ ਸਨ। ਖੈਰ ਨਾਰੇ ਤਾਂ ਮਿਟਾ ਦਿੱਤੇ ਗਏ, ਪਰ ਕਾਰਵਾਈ ਕਦੋਂ ਤੇ ਕੀ ਹੋਵੇਗੀ ਇਹ ਵੱਡਾ ਸਵਾਲ ਜ਼ਰੂਰ ਹੈ। ਖੈਰ ਜਦੋਂ ਲਗਾਤਾਰ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਨ ਕਿ ਕਦੇ ਬਠਿੰਡਾ ਤੇ ਕਦੇ ਕਿਸੇ ਹੋਰ ਸ਼ਹਿਰ ਦੇ ਵਿੱਚ ਖਾਲਿਸਤਾਨੀ ਪੱਖੀ ਨਾਰੇ ਲਿਖ ਦਿੱਤੇ ਜਾਣ ਤੇ ਜ਼ਿਕਰ ਪਾਕਿਸਤਾਨ ਤੱਕ ਦਾ ਕਰ ਦਿੱਤਾ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਰਾਜਪਾਲ ਅਤੇ ਪੰਜਾਬ ਸਰਕਾਰ ਆਮੋ ਸਾਹਮਣੇ ਨੇ ਤੇ ਹੁਣ ਤਿੱਖਾ ਪਲਟਵਾਰ ਰਾਜਪਾਲ ਦੇ ਉੱਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਕਰਦੇ ਨਜ਼ਰ ਆ ਰਹੇ ਨੇ। ਵੱਡੀ ਖਬਰ ਹੈ ਇਸ ਸਮੇਂ ਤੇ ਕੈਬਨਿਟ ਮੰਤਰੀ ਮੀਥੇਰ ਨੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜੋ ਬੀਜੇਪੀ ਤੋਂ ਲਿਖ ਕੇ ਆਉਂਦਾ ਹੈ ਰਾਜਪਾਲ ਉਹੀ ਬੋਲਦੇ ਨੇ। ਲੋਕ ਸਭਾ ਚੋਣਾਂ ਹੀ ਲੜ ਲੈਣ ਰਾਜਪਾਲ, ਇਹ ਮੀਥੇਰ ਕਹਿੰਦੇ ਹੋਏ ਨਜ਼ਰ ਆਏ। ਪਹਿਲਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਨੂੰ ਤੰਗ ਕੀਤਾ ਗਿਆ, ਹੁਣ ਪੰਜਾਬ ਦੇ ਵਿੱਚ ਸਰਕਾਰ ਨੂੰ ਤੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਮੀਥੇਰ ਨੇ ਵੀ ਕਿਹਾ ਕਿ UGC ਦੇ ਅਧੀਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਹੀਂ ਆਂਦੀ। ਮੀਥੇਰ ਉੱਚ ਸਿੱਖਿਆ ਮੰਤਰੀ ਨੇ ਤੇ ਉਹਨਾਂ ਨੇ ਵੀ ਕਿਹਾ ਕਿ ਪਤਾ ਨਹੀਂ ਰਾਜਪਾਲ ਨੇ ਸੰਵਿਧਾਨ ਪੜ੍ਹਿਆ ਵੀ ਹੈ ਜਾਂ ਨਹੀਂ। ਤਾਂ ਬਹੁਤ ਤਿੱਖੇ ਹਮਲੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਰਕਾਰ ਦੇ ਨੁਮਾਇੰਦੇ ਕਰਦੇ ਹੋਏ ਰਾਜਪਾਲ ਦੇ ਉੱਤੇ ਨਜ਼ਰ ਆ ਰਹੇ ਨੇ। 2-3 ਚੀਜ਼ਾਂ ਨੇ ਜਿਹੜੀਆਂ ਇੰਪੋਰਟੈਂਟ ਨੇ। ਇੱਕ ਕਹਿ ਰਹੇ ਨੇ ਕਿ ਪਤਾ ਨਹੀਂ ਸੰਵਿਧਾਨ ਪੜ੍ਹਿਆ ਰਾਜਪਾਲ ਨੇ ਜਾਂ ਨਹੀਂ। ਦੂਜਾ ਕਹਿ ਰਹੇ ਨੇ ਕਿ ਜੇ ਰਾਜਪਾਲ ਨੂੰ ਇੰਨੀ ਦਿੱਕਤ ਹੋ ਰਹੀ ਹੈ ਤਾਂ ਫਿਰ ਲੋਕ ਸਭਾ ਇਲੈਕਸ਼ਨ 2024 ਦੇ ਵਿੱਚ ਲੜ ਲੈਣ। ਤੇ ਨਾਲ ਹੀ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੋ ਬੀਜੇਪੀ ਜੋ ਸੈਂਟਰ ਤੋਂ ਲਿਖ ਕੇ ਆਂਦਾ ਉਹੀ ਰਾਜਪਾਲ ਅੱਗੇ ਫਾਰਵਰਡ ਕਰ ਦਿੰਦੇ ਨੇ। ਸਮਝ ਨਹੀਂ ਆਉਂਦੀ ਵੀ ਗਵਰਨਰ ਸਾਹਿਬ ਕਰ ਕੀ ਰਹੇ ਆ। ਇਹ ਮਤਲਬ ਕਿ UGC ਦੇ ਹੇਠ ਨਹੀਂ ਆਉਂਦੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ, ਉਹ ਇੱਕ ਇੰਡੀਪੈਂਡੈਂਟ ਅਦਾਰਾ ਹੈ। ਮੈਨੂੰ ਪਤਾ ਨਹੀਂ ਵੀ ਉਹਦਾ ਸੰਵਿਧਾਨ ਗਵਰਨਰ ਸਾਹਿਬ ਨੇ ਪੜ੍ਹਿਆ ਕਿ ਨਹੀਂ ਪੜ੍ਹਿਆ। ਜੋ ਇਹ ਦੇਖੋ ਕੋਈ ਸਾਡੇ ਕਹਿਣ ਦੀ ਗੱਲ ਨਹੀਂ, ਜੋ BJP ਦੇ ਹੈੱਡਕੁਆਟਰ ਤੋਂ ਲਿਖ ਕੇ ਆਉਂਦਾ ਉਹ ਗਵਰਨਰ ਸਾਹਿਬ ਬੋਲ ਦਿੰਦੇ ਆ। ਜੇ ਇੰਨਾ ਹੀ ਉਹਨਾਂ ਨੂੰ ਸਿਆਸਤ ਕਰਨ ਦਾ ਚਾਅ ਹੈ, ਅਮੂਰੇ ਪਾਰਲੀਮੈਂਟ ਦੀਆਂ ਚੋਣਾਂ ਆਉਣੀਆਂ, ਚਾਹੇ ਚੰਡੀਗੜ੍ਹ ਤੋਂ ਲੜ ਲੈਣ ਚਾਹੇ ਕਿਤੋਂ ਪੰਜਾਬ ਤੋਂ ਲੜ ਲੈਣ, ਕੱਢ ਲੈਣ ਕੀੜਾ ਆਪਦਾ। ਇਸ ਤਰ੍ਹਾਂ ਮਤਲਬ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਤੁਸੀਂ ਖੱਜਲ ਖੁਆਰ ਕਰ ਰਹੇ ਹੋ। 92 ਸੀਟਾਂ ਦਾ ਪੰਜਾਬ ਦੇ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਤੇ ਤੁਸੀਂ ਕਹਿੰਦੇ ਹੋ ਅਸੀਂ BC ਨਹੀਂ ਲਾ ਸਕਦੇ। ਇਹ ਬੜੀ ਮਤਲਬ ਕਿ ਪਤਾ ਨਹੀਂ ਕਿਸ ਤਰ੍ਹਾਂ ਦੀ ਜਿਹੜੀ ਰਾਜਨੀਤੀ, ਪਹਿਲਾਂ ਦਿੱਲੀ 'ਚ ਵੀ ਇਸ ਤਰ੍ਹਾਂ ਜਿਹੜੇ ਉੱਥੇ ਗਵਰਨਰ ਸਾਹਿਬ ਸੀ, ਉੱਥੇ ਵੀ ਸਾਡੇ ਜਿਹੜੇ ਮਾਨਯੋਗ CM ਕੇਜਰੀਵਾਲ ਸਾਹਿਬ ਨੂੰ ਤੰਗ ਪਰੇਸ਼ਾਨ, ਲੋਕਾਂ ਦੀ ਸਰਕਾਰ ਨੂੰ ਤੰਗ ਪਰੇਸ਼ਾਨ, ਉਹੀ ਕੁਝ ਪੰਜਾਬ 'ਚ ਸ਼ੁਰੂ ਕਰ ਦਿੱਤਾ। ਪਰ ਇਹਦੇ ਨਾ ਦੇਖੋ ਤੇ ਵਾਰ ਪਲਟਵਾਰ ਦਾ ਦੌਰ ਜਾਰੀ ਹੈ। ਖੈਰ ਜਦੋਂ ਰਾਜਪਾਲ ਅਤੇ ਸਰਕਾਰ ਆਮੋ ਸਾਹਮਣੇ ਹੋਵੇ ਔਰ ਇੱਕ ਮੁੱਦਾ ਨਹੀਂ ਬਲਕਿ ਤਕਰੀਬਨ ਹਰ ਮੁੱਦੇ ਨੂੰ ਲੈ ਕੇ ਵਾਰ ਪਲਟਵਾਰ ਹੋ ਰਹੇ ਹੋਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਜਲੰਧਰ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ, ਹੜਤਾਲ ਕਰ ਦਿੱਤੀ। ਤੇ ਦਮਕਲ ਵਿਭਾਗ ਦੇ ਮੁਲਾਜ਼ਮ ਹੜਤਾਲ ਦੇ ਉੱਤੇ ਚਲੇ ਗਏ ਨੇ। ਮੁਲਾਜ਼ਮਾਂ ਨੇ ਅੱਗ ਬੁਝਾਊ ਗੱਡੀਆਂ ਖੜੀਆਂ ਕਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਲਜ਼ਾਮ ਹੈ ਕਿ ਨਾ ਤਾਂ ਮੁਲਾਜ਼ਮਾਂ ਨੂੰ ਤਨਖਾਹ ਮਿਲ ਰਹੀ ਹੈ ਅਤੇ ਨਾ ਹੀ ਬਣਦੀਆਂ ਸਹੂਲਤਾਂ। ਸਾਡੇ ਬੱਚੇ ਦਾ ਤਿਉਹਾਰ ਦੇਖਣ ਦਾ ਦੇਖੋ ਕੋਈ ਸੈਲਰੀ ਦੇ ਸਾਈਨ ਨਹੀਂ ਕਰ ਰਹੇ ਕਮਿਸ਼ਨਰ ਸਾਹਿਬ। ਅਸੀਂ ਬੜੀ ਵਾਰੀ ਰਿਕੁਐਸਟ ਲੈ ਕੇ ਆਏ ਹਾਂ
ਪਰ ਉਹਨਾਂ ਦੇ ਜੂਨ ਨਹੀਂ ਲੱਗਦੀ ਸੀ ਸਰਕਾਰ ਦੇ। ਅਸੀਂ ਉਹਨਾਂ ਕੋਲ ਇਹ ਮੰਗ ਕਰਦੇ ਹਾਂ ਵੀ ਸਾਡੇ ਬੱਚਿਆਂ ਨੂੰ ਟਾਈਮ ਸਿਰ ਸੈਲਰੀ ਦਿਓ, ਨਹੀਂ ਤਾਂ ਫਿਰ ਅਸੀਂ ਹੜਤਾਲ ਤੇ ਬੈਠਾਂਗੇ, ਪ੍ਰਸ਼ਾਸਨ ਨੂੰ ਹਿਲਾਵਾਂਗੇ ਸੁੱਤੇ ਹੋਏ ਨੂੰ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ ਦਾਅਵਾ ਹੈ ਕਿ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਜਲੰਧਰ ਫਾਇਰ ਵਿਭਾਗ ਨੂੰ 4 ਨਵੀਆਂ ਗੱਡੀਆਂ ਦਿੱਤੀਆਂ ਗਈਆਂ ਸੀ, ਜਿਨ੍ਹਾਂ ਨੂੰ ਚਲਾਉਣ ਦੇ ਲਈ ਡੀਜ਼ਲ ਤੱਕ ਨਹੀਂ ਹੈ ਤੇ ਦੀਵਾਲੀ ਮੌਕੇ ਜੇਕਰ ਘਟਨਾ ਹੁੰਦੀ ਹੈ ਤਾਂ ਜ਼ਿੰਮੇਵਾਰ ਫਿਰ ਕੌਣ ਹੋਵੇਗਾ। ਵੀ ਚਲੋ ਜੇ ਗੱਡੀਆਂ ਸਾਡੀਆਂ ਠੀਕ ਹੋਣਗੀਆਂ ਤਾਂ ਅਸੀਂ ਅੱਗੇ ਦੇ ਕੰਮ ਕਰਾਂਗੇ, ਜੇ ਗੱਡੀਆਂ ਨਹੀਂ ਠੀਕ ਤਾਂ ਬੰਦਿਆਂ ਨੇ ਕਿਤੇ ਫੂਕਾ ਮਾਰ ਕੇ ਅੱਗ ਥੋੜੀ ਬਚਾਉਣੀ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਗੱਡੀਆਂ 'ਚ ਤੇਲ ਨਾ ਪਵਾਇਆ ਗਿਆ ਤਾਂ ਉਹ ਗੱਡੀਆਂ ਦੀਆਂ ਚਾਬੀਆਂ ਨਿਗਮ ਕਮਿਸ਼ਨਰ ਨੂੰ ਸੌਂਪ ਦੇਣਗੇ। ਫਿਲਹਾਲ ਸਵਾਲ ਉਹੀ ਹੈ ਕਿ ਜੇਕਰ ਕੋਈ ਹਾਦਸਾ ਵਾਪਰਦਾ ਤਾਂ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਤਾਂ ਹੁਣ ਸਵਾਲ ਤਾਂ ਇਹੀ ਹੈ ਕਿ ਜੇਕਰ ਜ਼ਰੂਰਤ ਪੈ ਗਈ, ਕਿਉਂਕਿ ਫਾਇਰ ਬ੍ਰਿਗੇਡ ਦੀ ਜ਼ਰੂਰਤ ਕਦੋਂ ਪੈਂਦੀ ਹੈ? ਐਮਰਜੈਂਸੀ ਦੇ ਵਿੱਚ। ਤੇ ਜੇ ਜ਼ਰੂਰਤ ਪੈ ਗਈ ਔਰ ਸਮੇਂ ਦੇ ਉੱਤੇ ਫਾਇਰ ਬ੍ਰਿਗੇਡ ਨਾ ਪਹੁੰਚੀ ਤਾਂ ਫਿਰ ਜ਼ਿੰਮੇਵਾਰ ਕੌਣ? ਉਧਰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦੇ ਅੱਗੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਤੇ ਉਗਰਾਹਾਂ ਜਥੇਬੰਦੀ ਦੀ ਅਗਵਾਈ ਦੇ ਵਿੱਚ 9 ਅਕਤੂਬਰ ਤੋਂ ਸ਼ੁਰੂ ਹੋਇਆ ਧਰਨਾ ਹੌਲੀ-ਹੌਲੀ ਅੰਦੋਲਨ ਦਾ ਰੂਪ ਧਾਰਦਾ ਜਾ ਰਿਹਾ ਹੈ। ਕਿਸਾਨ ਪਹਿਲਾਂ ਹੀ ਧਰਨਾ ਲੰਬਾ ਚਲਾਉਣ ਦਾ ਐਲਾਨ ਕਰ ਚੁੱਕੇ ਨੇ ਤੇ ਕਿਸੇ ਵੀ ਕੀਮਤ ਤੇ ਧਰਨਾ ਛੱਡਣ ਨੂੰ ਤਿਆਰ ਨਹੀਂ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਬਿਨਾਂ ਮੰਗਾਂ ਮਨਵਾਏ ਵਾਪਸ ਨਹੀਂ ਜਾਣਗੇ। ਵੀਰ ਜੀ ਅਸੀਂ ਪਹਿਲਾਂ ਵੀ ਮਨੋਂ ਧਰ ਕੇ ਤੇ ਹੁਣ ਵੀ ਮਨੋਂ ਧਰ ਕੇ ਵੀ ਜਿੰਨਾ ਚਿਰ ਮਰਜ਼ੀ ਚੱਲੇ ਸਾਡਾ ਜਿਹੜਾ ਮਤਲਬ ਧਰਨਾ ਇਹ ਲਗਾਤਾਰ ਚੱਲਦਾ ਰਹੇ, ਜਿੰਨਾ ਚਿਰ ਮਰਜ਼ੀ ਚੱਲਦਾ ਰਹੇ ਅਸੀਂ ਬੈਠੇ ਰਹਾਂਗੇ। ਸਾਡੇ ਜਿਹੜੇ ਦਿਨੋਂ ਦਿਨ ਜਿਹੜੇ ਮਤਲਬ ਕਿਸਾਨ ਨੇ ਉਹ ਵੱਧਦੇ ਤੁਰੇ ਜਾਂਦੇ ਨੇ, ਹੌਸਲਾ ਹੋ ਰਿਹਾ। ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ। ਕਿਸਾਨ ਰੋਟੀ ਪਾਣੀ ਤੋਂ ਲੈ ਕੇ ਜ਼ਰੂਰਤ ਦਾ ਹਰ ਸਮਾਨ ਆਪਣੇ ਨਾਲ ਲੈ ਕੇ ਆਏ ਨੇ। ਸਿੰਘੂ ਬਾਰਡਰ ਦੀ ਤਰ੍ਹਾਂ ਹੀ ਟਰਾਲੀਆਂ ਦੇ ਵਿੱਚ ਰਹਿਣ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਕਿਸਾਨਾਂ ਨੇ ਪੱਕੇ ਟੈਂਟ ਤੱਕ ਸੜਕ ਦੇ ਕਿਨਾਰਿਆਂ ਤੇ ਗੱਡ ਲਏ ਨੇ। 15 ਤਰੀਕ ਨੂੰ ਜਿਹੜਾ ਐਕਸ਼ਨ ਹੋਇਆ ਸੀ ਨਾ ਉਹਦੇ ਨਾਲ 4 ਗੁਣਾ ਗਿਣਤੀ ਜ਼ਿਆਦਾ ਆ ਰਹੀ ਆ ਉਰੇ। ਕੱਲ੍ਹ ਨੂੰ ਸੜਕਾਂ ਲੱਖਾਂ ਦੀ ਤਾਦਾਦ ਦੇ ਵਿੱਚ ਸੜਕਾਂ ਦੇ ਉੱਪਰ ਗਿਣਤੀ ਲੋਕ ਤੁਹਾਨੂੰ ਪੀਲੀਆਂ ਪੱਗਾਂ ਜਿਹੜੇ ਅਸਲੀ ਭਗਤ ਸਿੰਘ ਦੇ ਵਾਰਸ ਨੇ ਉਹ ਨਜ਼ਰ ਆਉਣਗੇ। ਕਿਸਾਨ ਗੁਲਾਬੀ ਸੁੰਡੀ ਨਕਲੀ ਕੀਟਨਾਸ਼ਕਾਂ ਤੇ ਮੌਸਮੀ ਮਾਰ ਦੇ ਨਾਲ ਤਬਾਹ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਤਾਂ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਨਾਲ ਜੁੜੇ ਕਿਸਾਨ ਡਟੇ ਹੋਏ ਨੇ। ਉਧਰ ਸੋਨੀਪਤ ਦੇ ਦੇਵੜੂ ਰੋਡ ਦੇ ਉੱਤੇ ਫਲਾਈਂਗ ਟੀਮ ਹਰਿਆਣਾ ਦੀ ਫਲਾਈਂਗ ਟੀਮ ਨੇ ਸੀਐਮ ਫਲਾਈਂਗ ਟੀਮ ਨੇ ਇੱਕ ਰਸਗੁੱਲਾ ਫੈਕਟਰੀ ਦੇ ਵਿੱਚ ਰੇਡ ਕੀਤੀ ਹੈ। ਰਸਗੁੱਲੇ ਤੁਹਾਡੀ ਪਲੇਟ ਦੇ ਵਿੱਚ ਪਹੁੰਚਣੇ ਸੀ, ਤੁਹਾਡੇ ਘਰ ਪਹੁੰਚਣੇ ਸੀ, ਉਸ ਤੋਂ ਪਹਿਲਾਂ ਹੀ ਜ਼ਬਤ ਕਰ ਲਏ ਤੇ ਵੱਡੇ ਢੋਲਾਂ ਦੇ ਵਿੱਚ ਤੇ ਦੇਗਿਆਂ 'ਚ ਪਏ ਰਸਗੁੱਲੇ ਦੁਕਾਨਾਂ ਤੋਂ ਹੁੰਦੇ ਹੋਏ ਤੁਹਾਡੇ ਘਰਾਂ ਤੱਕ ਪਹੁੰਚਣੇ ਸਨ। ਮਰੀਆਂ ਮੱਖੀਆਂ ਦੀ ਕਿਸ ਨੇ ਪਰਵਾਹ ਕਰਨੀ ਸੀ? ਪਰ ਹੁਣ ਇਹ ਰਸਗੁੱਲੇ ਨਸ਼ਟ ਕੀਤੇ ਜਾ ਚੁੱਕੇ ਨੇ ਤੇ ਅਜਿਹਾ ਕੀਤਾ ਹੈ ਫੂਡ ਵਿਭਾਗ ਦੀ ਟੀਮ ਨੇ। ਟੀਮ ਨੂੰ ਰੇਡ ਦੇ ਵਿੱਚ 80 ਕੁਇੰਟਲ ਰਸਗੁੱਲੇ ਬਰਾਮਦ ਹੋਏ, ਜਿਨ੍ਹਾਂ ਦੇ ਸੈਂਪਲ ਭਰੇ ਗਏ ਤੇ ਖਰਾਬ ਰਸਗੁੱਲਿਆਂ ਨੂੰ ਨਸ਼ਟ ਕੀਤਾ ਗਿਆ, ਜਦਕਿ ਫੈਕਟਰੀ ਮਾਲਕ ਨੂੰ ਨੋਟਿਸ ਜਾਰੀ ਕਰਦਿਆਂ ਵਿਭਾਗ ਨੇ ਫੈਕਟਰੀ ਦਾ ਲਾਇਸੈਂਸ ਰੀਨਿਊ ਹੋਣ ਤੇ ਰੋਕ ਲਗਾ ਦਿੱਤੀ ਹੈ। ऐसे में हमने जो इसकी कमी है इसका हम नोटिस देंगे। इसका लाइसेंस रिन्यूअल के लिए आया हुआ है, इसका हम रिन्यूअल तब करेंगे जब ये सारे के सारे अपने साफ सफाई का इंतजाम कर देगा। क्या इसके पास लाइसेंस है सर? लाइसेंस है इसके पास और रिन्यूअल में इसके लाइसेंस इसने एप्लीकेशन लगाई है। ਤਾਂ ਦੀਵਾਲੀ ਆਉਂਦਿਆਂ ਹੀ ਜ਼ਹਿਰ ਦੇ ਇਹ ਵਪਾਰੀ ਐਕਟਿਵ ਹੋ ਜਾਂਦੇ ਨੇ, ਜਿਨ੍ਹਾਂ ਨੂੰ ਨਾ ਲੋਕਾਂ ਦੀ ਸਿਹਤ ਦਿਖਦੀ ਹੈ ਨਾ ਬਿਮਾਰੀਆਂ, ਦਿਖਦਾ ਤਾਂ ਸਿਰਫ ਤੇ ਸਿਰਫ ਮੁਨਾਫਾ। ਕਹਿ ਰਹੇ ਮੁਨਾਫਾ ਦਿਖਦਾ ਤੇ ਸਭ ਦੇ ਵਿਚਾਲੇ ਫਿਰ ਨਤੀਜਾ ਇਸ ਦਾ ਇਹ ਹੁੰਦਾ ਕਿ ਲੋਕਾਂ ਨੂੰ ਦਿੱਕਤ ਹੁੰਦੀ ਹੈ। ਖੈਰ ਜਦੋਂ ਨਾ ਤਾਂ ਸਿਹਤ ਦੇ ਉੱਤੇ ਧਿਆਨ ਹੋਵੇ, ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਕਿਸੇ ਦਾ ਕੋਈ ਧਿਆਨ, ਇਨਫੈਕਟ ਆਪਣੀਆਂ ਫੈਮਲੀਆਂ ਦਾ ਵੀ ਜਦੋਂ ਧਿਆਨ ਨਾ ਰੱਖਿਆ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ 19 ਅਕਤੂਬਰ ਦੇ ਇਤਿਹਾਸ ਦੀ। 19 ਅਕਤੂਬਰ ਦਾ ਇਤਿਹਾਸ ਕੀ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 19 ਅਕਤੂਬਰ ਦਾ ਇਤਿਹਾਸ ਜੁੜਿਆ ਹੋਇਆ ਮਿਗ 21 ਦੇ ਨਾਲ। ਜਿਹਾਂ ਭਾਰਤ ਦੇ ਵਿੱਚ ਬਣਿਆ ਪਹਿਲਾ ਮਿਗ 21 에ਅਰਫੋਰਸ ਦੇ ਵਿੱਚ ਸ਼ਾਮਲ ਹੋਇਆ ਸੀ, 에ਅਰਫੋਰਸ ਦਾ ਹਿੱਸਾ ਬਣ ਗਿਆ ਸੀ 19 ਅਕਤੂਬਰ ਦੇ ਹੀ ਦਿਨ। ਜੀ ਹਾਂ, 19 ਅਕਤੂਬਰ ਦਾ ਦਿਨ ਬੇहद ਖਾਸ ਹੈ। 19 ਅਕਤੂਬਰ ਦੇ ਦਿਨ 1960 ਦੇ ਵਿੱਚ ਭਾਰਤ 'ਚ ਬਣਿਆ ਪਹਿਲਾ ਮਿਗ 21 에ਅਰਫੋਰਸ ਦੇ ਵਿੱਚ ਸ਼ਾਮਲ ਹੋਇਆ ਸੀ। ਹਾਲਾਂਕਿ ਇਸ ਤੋਂ 5-6 ਸਾਲ ਪਹਿਲਾਂ ਮਿਗ 21 에ਅਰਫੋਰਸ ਦੇ ਵਿੱਚ ਆ ਗਏ ਸਨ, ਪਰ ਉਹ ਰੂਸ ਦੇ ਵਿੱਚ ਬਣੇ ਹੋਏ ਸੀ, ਯਾਨੀ ਕਿ ਮੇਡ ਇਨ ਇੰਡੀਆ ਨਹੀਂ ਸੀ। 1964 ਦੇ ਵਿੱਚ ਇਸ ਜਹਾਜ਼ ਨੂੰ ਪਹਿਲਾਂ ਸੁਪਰਸੋਨਿਕ ਫਾਈਟਰ ਜੈਟ ਦੇ ਰੂਪ ਦੇ ਵਿੱਚ 에ਅਰਫੋਰਸ ਦੇ ਵਿੱਚ ਸ਼ਾਮਲ ਕੀਤਾ ਗਿਆ। ਸ਼ੁਰੂਆਤੀ ਜੈਟ ਰੂਸ ਦੇ ਵਿੱਚ ਬਣੇ ਅਤੇ ਫਿਰ ਭਾਰਤ ਨੇ ਇਸ ਜਹਾਜ਼ ਨੂੰ ਅਸੈਂਬਲ ਕਰਨ ਦਾ ਅਧਿਕਾਰ ਅਤੇ ਤਕਨੀਕ ਵੀ ਹਾਸਲ ਕਰ ਲਈ। ਉਸ ਵੇਲੇ ਤੋਂ ਹੁਣ ਤੱਕ ਮਿਗ 21 ਨੇ
1971 ਦੇ ਭਾਰਤ ਪਾਕਿਸਤਾਨ ਯੁੱਧ, 1999 ਦੀ ਕਾਰਗਿਲ ਦੀ ਜੰਗ ਸਣੇ ਕਈ ਮੌਕਿਆਂ ਦੇ ਉੱਤੇ ਅਹਿਮ ਭੂਮਿਕਾ ਨਿਭਾਈ ਹੈ। ਰੂਸ ਨੇ ਤਾਂ 1985 ਦੇ ਵਿੱਚ ਇਸ ਜਹਾਜ਼ ਨੂੰ ਬਣਾਉਣਾ ਬੰਦ ਕਰ ਦਿੱਤਾ, ਪਰ ਭਾਰਤ ਇਸ ਦੇ ਅਪਗ੍ਰੇਡਡ ਵੇਰੀਐਂਟ ਦਾ ਇਸਤੇਮਾਲ ਕਰ ਰਿਹਾ ਹੈ। ਰੁਕਣਾ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਫਰਕ ਤਾਂ ਪੈਂਦਾ ਦੇ ਵਿੱਚ ਜਲਦ ਵਾਪਸ ਆਵਾਂ। तुम्हें क्या लगता है ये भेड़िए ने मुझे ही क्यों काटा है? हो सकता है कि वो भेड़िया एक्चुअली तुम्हें मारना चाहता हो। नहीं, क्यों? क्योंकि तुम जिसे सियापा समझते हो ना, वो एक बहुत बड़ी जिम्मेदारी है। उन्होंने आग लगा दी। ਮੁਲਜ਼ਮ ਕਾਲੂ ਮ੍ਰਿਤਕਾ ਪਰਮਜੀਤ ਕੌਰ ਦਾ ਦੂਜਾ ਪਤੀ ਸੀ ਤੇ ਪਰਮਜੀਤ ਕੌਰ ਦੇ 2 ਬੱਚੇ ਪਹਿਲੇ ਵਿਆਹ ਤੋਂ ਸਨ, ਜਦਕਿ ਕਾਲੂ ਦੀ ਨਸ਼ਾ ਕਰਨ ਦੀ ਆਦਤ ਤੋਂ ਪਰੇਸ਼ਾਨ ਸੀ। ਪਰਮਜੀਤ ਕੌਰ ਆਪਣੇ ਪੇਕੇ ਘਰ ਆ ਗਈ ਸੀ। ਹੋਰ ਬੱਚਿਆਂ ਨੂੰ ਟੌਰਚਰ ਕਰਦਾ ਕਿਉਂਕਿ ਉਹਦੇ ਫਸਟ ਮੈਰਿਜ ਤੋਂ ਬੱਚੇ ਸੀ, ਉਹ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ, ਪਰੰਤੂ ਉਹ ਬੱਚਿਆਂ ਨੂੰ ਵੀ ਟੌਰਚਰ ਕਰਦਾ ਸੀ। ਇਸੇ ਕਰਕੇ ਉਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਏ। ਔਰ ਇਹ ਬਹੁਤ ਜ਼ਿਆਦਾ ਜਿੱਦੀ ਕਿਸਮ ਦਾ ਇਨਸਾਨ ਸੀਗਾ ਵੀ ਇਹਨੂੰ ਸੀਗਾ ਵੀ ਮੈਂ ਲੈ ਕੇ ਜਾਣਾ। ਇਸੀ ਰੰਜਿਸ਼ ਨੇ ਆਪਣੇ ਸਾਰੇ ਪਰਿਵਾਰ ਨੂੰ ਸਾਰੇ ਨੂੰ ਮਾਰਿਆ। ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਪਿੰਡ ਵਾਸੀ ਕਾਲੂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ। ਉਧਰ ਖਡੂਰ ਸਾਹਿਬ ਦੇ ਪਿੰਡ ਚੱਕ ਮਹਿੜ ਦੇ ਵਿੱਚ ਲੋਕਾਂ ਨੇ 2 ਠੱਗਾਂ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਦੀ ਚੰਗੀ ਆਓ ਭਗਤ ਵੀ ਕੀਤੀ ਗਈ। ਇਸ ਸਾਈਬਰ ਠੱਗ ਨੇ ਨੌਜਵਾਨ ਨੂੰ ਗ੍ਰਹਿ ਮੰਤਰਾਲੇ ਦੇ ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦਿੱਤਾ ਤੇ ਉਸ ਤੋਂ 70 ਲੱਖ ਰੁਪਏ ਡਕਾਰ ਗਿਆ। ਮੁਲਜ਼ਮ ਨੇ ਖੁਦ ਨੂੰ ਗ੍ਰਹਿ ਮੰਤਰਾਲੇ ਦਾ ਵੱਡਾ ਅਧਿਕਾਰੀ ਦੱਸਿਆ, ਜਿਸ ਦੀ ਸ਼ਿਕਾਇਤ ਪੀੜਤ ਨੌਜਵਾਨ ਮੋਹਿਤ ਨੇ ਪੁਲਿਸ ਨੂੰ ਦਿੱਤੀ ਤੇ ਹੁਣ ਪੁਲਿਸ ਨੇ ਮਾਮਲੇ ਦੇ ਵਿੱਚ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਫਰੀਦਾਬਾਦ ਦੇ ਸੈਕਟਰ 8 ਦੇ ਵਿੱਚ ਰਹਿਣ ਵਾਲੇ ਮੋਹਿਤ ਨੂੰ ਸਤੰਬਰ 2021 ਦੇ ਵਿੱਚ ਫੇਸਬੁੱਕ ਦੇ ਉੱਤੇ ਯਸ਼ ਬਾਂਸਲ ਨਾਮ ਤੋਂ ਫਰੈਂਡ ਰਿਕੁਐਸਟ ਆਈ, ਜਿਸ ਨੂੰ ਮੋਹਿਤ ਨੇ ਐਕਸੈਪਟ ਕੀਤਾ ਤੇ ਫਿਰ ਦੋਵਾਂ ਦੀ ਗੱਲਬਾਤ ਸ਼ੁਰੂ ਹੋਈ। ਫਿਲਹਾਲ ਇਹ ਠੱਗ ਪੁਲਿਸ ਦੀ गिरफ्त ਵਿੱਚ ਹੈ, ਜਿਸ ਦੇ ਕੋਲੋਂ ਪੁਲਿਸ ਨੇ ਕੁਝ ਪੈਸੇ, फोन ਅਤੇ लैपटॉप भी बरामद किया है। जो जिसको जॉब चाहिए वो उस फोन पे कॉल करता था, तो ये उसको एक झूठा एडमिट कार्ड बनाकर देते थे, एक झूठा टेस्ट का लिंक भेजते थे और एक फेक मेलर ऐप यूज करके एक ऐसे नंबर से कॉल करते थे जो कंप्लेनेंट को जो अप्लाई कर रहा है जॉब के लिए, उसको लगता था कि मिनिस्ट्री ऑफ होम अफेयर से ही कॉल आ रहा है। ਉਧਰ ਗੜਸ਼ੰਕਰ ਦਾ BDPO ਦਫ਼ਤਰ ਸਾਬਕਾ ਸਰਪੰਚ ਤੇ ਹੋਏ ਪਰਚੇ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਗਿਆ ਤੇ ਪਿੰਡ ਜੀਵਨਪੁਰ ਗੁਜਰਾਂ ਦੇ ਸਾਬਕਾ ਸਰਪੰਚ ਹਰਮੇਸ਼ ਸਿੰਘ ਨੇ BDPO ਦਫ਼ਤਰ ਤੇ ਨਜਾਇਜ਼ ਪਰਚਾ ਕਰਨ ਦੇ ਇਲਜ਼ਾਮ ਲਗਾਏ ਨੇ। ਹਰਮੇਸ਼ ਸਿੰਘ ਮੁਤਾਬਕ ਪਿੰਡ ਦੇ ਵਿੱਚ ਬਣ ਰਹੀਆਂ ਗਲੀਆਂ ਦੇ ਵਿੱਚ ਪੰਚਾਇਤ ਦੇ ਵੱਲੋਂ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ ਤੇ ਜਦੋਂ ਉਹਨਾਂ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਲਟਾ ਉਹਨਾਂ ਤੇ ਹੀ ਪਰਚਾ ਕਰ ਦਿੱਤਾ ਗਿਆ। ਉਹ ਕਹਿੰਦੇ ਜਾ ਕੇ ਤੂੰ ਇਸ ਸੜਕ ਨੂੰ ਜਿੰਨੀ ਜਿਹੀ ਦੁਆਰਾ ਬਣਾਈ ਆ ਉਹਨੂੰ ਵਾਹ ਦੇ। ਮੈਂ ਆ ਗਿਆ ਜੀ, ਇੱਥੇ ਆਇਆ ਤਾਂ ਇੱਥੇ ਜਦ ਉਹਨੇ ਭੇਜ ਦਿੱਤਾ ਮੌਕੇ ਤੇ ਜੇਈ ਤੇ ਸੈਕਟਰੀ 5:05 ਤੇ ਸੈਕਟਰੀ ਤੇ ਜੇਈ ਭੇਜ ਦਿੱਤਾ। ਉਹਨਾਂ ਨੇ ਆ ਕੇ ਮੌਕਾ ਦੇਖਿਆ, ਉਹ ਕਹਿੰਦੇ ਹਜੇ ਵੀ ਕੰਮ ਚੱਲਦਾ, ਕਹਿੰਦੇ ਕੰਮ ਗਲਤ ਹੋ ਰਿਹਾ। ਮੈਂ ਜਿਸ ਵੇਲੇ ਦੁਬਾਰਾ ਗਿਆ ਜੀ ਇਹ ਕੰਮ ਮੇਰੇ ਤੇ ਦੁਬਾਰਾ ਹੁਣ ਪਰਚਾ ਕਰ ਦਿੱਤਾ। ਪਰ BDPO ਦਫ਼ਤਰ ਦੇ ਮੁਤਾਬਿਕ ਸਾਬਕਾ ਸਰਪੰਚ ਦੇ ਖਿਲਾਫ ਪਿੰਡ ਦੀ ਪੰਚਾਇਤ ਨੇ ਮਤਾ ਪਾਇਆ ਹੈ ਤੇ ਉਸ ਤੋਂ ਬਾਅਦ ਹੀ ਕਾਰਵਾਈ ਹੋਈ ਹੈ। ਪੰਚਾਇਤ ਵੱਲੋਂ ਉਹਨੂੰ ਕੰਮ ਬੰਦ ਕਰ ਦਿੱਤਾ ਗਿਆ ਸੀਗਾ ਤੇ ਇਹਨੂੰ ਜਾਣ ਕੇ ਕਹਿ ਲਓ ਜਿੱਦਾਂ ਮਰਜ਼ੀ ਨਹੀਂ ਪੜ੍ਹ ਦਿੱਤੀ ਰਹੀ ਹੈ। ਇਹ ਤਾਂ ਇੱਕ ਵੈਸੇ ਆਪਾਂ ਜਨਰਲੀ ਕਰ ਕਹਿ ਸਕਦੇ, ਅਸੀਂ ਇੱਕ ਮਹਿਕਮਾ ਕਹਿ ਦੂੰਗੇ ਤੁਸੀਂ ਪੜ੍ਹਦੇ। ਹਰਮੇਸ਼ ਸਿੰਘ ਦੇ ਹੱਕ ਦੇ ਵਿੱਚ ਇੱਕ ਪੰਚ ਤੇ ਪਿੰਡ ਦੇ ਕੁਝ ਸ਼ਖਸ ਵੀ ਆਏ ਤੇ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਉਧਰ ਹਰਿਆਣਾ ਦੇ ਅੰਬਾਲਾ ਦੇ ਵਿੱਚ ਇੱਕ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਤੇ ਤੇਜ਼ ਰਫ਼ਤਾਰ ਦੇ ਵਿੱਚ ਆਏ ਕਾਰ ਚਾਲਕ ਨੇ ਪਹਿਲਾਂ 2 ਮੋਟਰਸਾਈਕਲਾਂ ਨੂੰ ਟੱਕਰ ਮਾਰੀ ਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨੇ ਟ੍ਰੈਫਿਕ ਮੁਲਾਜ਼ਮ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਹੋਰ ਤਾਂ ਹੋਰ ਇਲਜ਼ਾਮ ਨੇ ਕਿ ਪੁਲਿਸ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ। ਅੰਬਾਲਾ ਦੇ SP ਜਸ਼ਨਦੀਪ ਸਿੰਘ ਮੁਤਾਬਿਕ ਘਟਨਾ 13 ਅਕਤੂਬਰ ਦੀ ਹੈ, ਜਦੋਂ ਅੰਬਾਲਾ ਰਾਜਪੁਰਾ ਰੋਡ ਦੇ ਉੱਤੇ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ, ਪਰ ਤੇਜ਼ ਰਫ਼ਤਾਰ ਦੇ ਵਿੱਚ ਆਏ XUV ਚਾਲਕ ਨੇ ਪੁਲਿਸ ਮੁਲਾਜ਼ਮ ਤੇ ਹਮਲਾ ਬੋਲ ਦਿੱਤਾ। ਮੁਲਜ਼ਮ ਨੌਜਵਾਨ ਬਠਿੰਡਾ ਦੀ ਅਗਰਵਾਲ ਕਾਲੋਨੀ ਦਾ ਦੱਸਿਆ ਜਾ ਰਿਹਾ ਹੈ।
कल हमें जब ये पूरा मैटर मेरे संज्ञान में आया तो मैंने इसमें FIR रजिस्टर करवाई है अपने हमारे जो ट्रैफिक पुलिस था उसकी कार्य के अंदर बाधा डाली, तो उसकी FIR हमने दर्ज की है और साथ ही जो उसका पूरा रिकॉर्ड है उस एक्यूज्ड का वो हम वेरीफाई करवा रहे हैं। ਕੁੱਟਮਾਰ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਤੇ ਅਜੇ ਵੀ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਉਧਰ ਕਾਰ ਦੀ ਟੱਕਰ ਦੀ ਵਜ੍ਹਾ ਨਾਲ ਮਹਿਲਾ ਸਣੇ 3 ਮੋਟਰਸਾਈਕਲ ਸਵਾਰ ਜ਼ਖਮੀ ਹੋਏ ਜੋ ਕਿ ਜ਼ੇਰੇ ਇਲਾਜ ਨੇ। ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਜਾਣਕਾਰੀ ਪਹੁੰਚਾਈਏ ਕਿਉਂਕਿ ਜਾਣਕਾਰੀ ਹੋਣ ਦੇ ਨਾਲ ਵੀ ਫਰਕ ਤਾਂ ਪੈਂਦਾ ਹੈ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ। ਫਰਕ ਤਾਂ ਪੈਂਦਾ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਹੁਣ ਗੱਲ ਵਿਵਾਦ ਦੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ VC ਨੂੰ ਹਟਾਉਣ ਦੇ ਹੁਕਮਾਂ ਦੇ ਉੱਤੇ ਮਾਨ ਸਰਕਾਰ ਗਵਰਨਰ ਦੇ ਉੱਤੇ ਹਮਲਾਵਰ। PAU ਦੇ VC ਦੀ ਨਿਯੁਕਤੀ ਨੂੰ ਗਲਤ ਦੱਸਣ ਦੇ ਉੱਤੇ ਸਰਕਾਰ ਦੇ ਵਿੱਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਪਾਲ ਨੂੰ ਸਵਾਲ ਚੁੱਕਣ ਤੋਂ ਪਹਿਲਾਂ ਐਕਟ ਪੜ੍ਹਨ ਦੀ ਸਲਾਹ ਦੇ ਦਿੱਤੀ ਅਤੇ ਕਿਹਾ ਕਿ ਸਿਆਸਤ ਹੀ ਕਰਨੀ ਹੈ ਤਾਂ ਗਵਰਨਰ ਚੋਣਾਂ ਲੜ ਲੈਣ। ਜੇ ਤੁਹਾਨੂੰ ਇੰਨਾ ਸ਼ੌਕ ਹੀ ਹੈ ਤੇ ਤੁਸੀਂ ਆਓ ਪੰਜਾਬ ਦੇ ਇਲੈਕਸ਼ਨ ਹੈ, ਹਿਮਾਚਲ ਦੇ ਇਲੈਕਸ਼ਨ ਹੈ, ਪੰਜਾਬ ਕਮਾਲ ਤੱਕ ਸਿਆਸੀ ਪੰਜਾਬ ਜਾਓ ਪਰ ਆਹ ਕੰਮ ਨਾ ਕਰੋ। ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ VC ਦੀ ਨਿਯੁਕਤੀ ਨੂੰ ਲੈ ਕੇ ਗਵਰਨਰ ਨੂੰ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਦੋਂ ਕਿ ਕਾਂਗਰਸ ਮਾਨ ਸਰਕਾਰ ਨੂੰ ਹੀ ਜ਼ਿੰਮੇਵਾਰ ਦੱਸ ਰਹੀ ਹੈ। ਦਰਅਸਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ VC ਡਾਕਟਰ ਸਤਬੀਰ ਗੋਸਲ ਨੂੰ ਹਟਾਉਣ ਦੇ ਲਈ ਕਿਹਾ ਹੈ। ਰਾਜਪਾਲ ਨੇ UGC ਦੇ ਮਾਨਦੰਡਾਂ ਦੀ ਪਾਲਣਾ ਨਾ ਕਰਦੇ ਹੋਏ ਇਸ ਨਿਯੁਕਤੀ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਸਰਕਾਰ ਨੂੰ ਨਵੇਂ VC ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਿਹਾ। ਉਧਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਤੋਹਫਾ ਦਿੰਦਿਆਂ ਹਾੜੀ ਦੀਆਂ 6 ਫਸਲਾਂ ਦੀ MSP ਦੇ ਵਿੱਚ ਇਜ਼ਾਫਾ ਕੀਤਾ ਹੈ। MSP ਦਾ ਐਲਾਨ ਕਰ ਦਿੱਤਾ ਤੇ ਇਹਨਾਂ ਦੇ ਵਿੱਚ ਕਣਕ, ਜੌਂ, ਸਰੋਂ, ਛੋਲੇ ਅਤੇ ਮਸਰ ਸ਼ਾਮਲ ਨੇ। ਹਾੜੀ ਦੇ ਸੀਜ਼ਨ ਦੇ ਲਈ ਕਣਕ ਦੇ ਰੇਟ ਦੇ ਵਿੱਚ 110 ਰੁਪਏ ਪ੍ਰਤੀ ਕੁਇੰਟਲ ਦਾ ਇਜ਼ਾਫਾ ਕੀਤਾ ਗਿਆ ਹੈ ਤੇ ਰੇਟ ਹੁਣ 2015 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2125 ਹੋ ਗਿਆ ਹੈ, ਜਦਕਿ ਹੁਣ ਜੌਂ 1635 ਦੀ ਬਜਾਏ 100 ਰੁਪਏ ਵੱਧ ਕੇ 1735 ਰੁਪਏ ਪ੍ਰਤੀ ਕੁਇੰਟਲ ਵਿਕੇਗਾ। ਇਸ ਤੋਂ ਇਲਾਵਾ ਛੋਲਿਆਂ ਦੇ ਲਈ 105 ਰੁਪਏ ਪ੍ਰਤੀ ਕੁਇੰਟਲ ਦਾ ਇਜ਼ਾਫਾ ਤੈਅ ਹੋਇਆ ਤੇ ਰੇਟ 5230 ਤੋਂ 5335 ਕੀਤਾ ਗਿਆ। ਇਸੇ ਤਰ੍ਹਾਂ ਮਸਰ 500 ਰੁਪਏ ਦੇ ਵਾਧੇ ਨਾਲ 5500 ਦੀ ਥਾਂ 6000 ਰੁਪਏ ਪ੍ਰਤੀ ਕੁਇੰਟਲ ਅਤੇ ਸਰੋਂ 400 ਰੁਪਏ ਦੇ ਇਜ਼ਾਫੇ ਨਾਲ 5050 ਦੀ ਥਾਂ 5450 ਰੁਪਏ ਕੀਤੀ ਗਈ ਹੈ। 2014 में हम